ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰਾਂ ਜੀ ਮੋਨਿਕਾ ਸੈਜਲ ਦੁਆਰਾ ਲਿਖੀ ਗਈ ਕਹਾਣੀ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਬਹੁਤ ਫਿਕਰ ਲੱਗੀ ਹੋਈ ਹੈ, ਪਤਾ ਨਹੀਂ ਕੀ ਹੋਣਾ। 2 ਵਾਰ ਤਾਂ ਪੇਪਰ ਪਾ ਦਿੱਤਾ। ਹਾਏ ਰੱਬ ਜੀ, ਇਸ ਵਾਰ ਵੇੜਾ ਪਾਰ ਲਗਾ ਦਿਓ। ਫਿਕਰ ਵਿੱਚ ਸਿਮਰਨ ਘੁੰਮ ਰਹੀ ਸੀ। ਸਾਰੀ ਰਾਤ ਦੀ ਨੀਂਦ ਵੀ ਨਹੀਂ ਆਈ ਸੀ। ਖਰਚਾ ਹੀ ਬਹੁਤ ਆਉਂਦਾ, ਬੰਦਾ ਕਰੇ ਕੀ। ਇਹੀ ਸੋਚ ਨੂੰ ਸੋਚਦੇ ਹੋਏ ਉਹ ਬਹੁਤ ਦੁਖੀ ਹੋ ਰਹੀ ਸੀ। ਉਸਦੇ ਦਿਮਾਗ ਵਿੱਚ ਪਤਾ ਨਹੀਂ ਕੀ ਚੱਲ ਰਿਹਾ ਸੀ। ਵਾਹਿਗੁਰੂ ਦਾ ਨਾਮ ਜਪ ਕੇ ਉਹਨੇ ਸਵੇਰ ਸਮੇਂ ਕੰਬਦੇ ਹੱਥਾਂ ਨਾਲ ਆਪਣਾ ਫੋਨ ਚੁੱਕਿਆ ਤੇ ਦੇਖ ਕੇ ਖੁਸ਼ੀ ਨਾਲ ਝੂਮ ਉੱਠੀ। ਉਸਦੇ ਪੂਰੇ 6 ਬੈਂਡ ਆਏ। ਹੁਣ ਉਹਦੇ ਸੁਪਨਿਆਂ ਨੂੰ ਉਡਾਰੀਆਂ ਮਿਲ ਜਾਣੀਆਂ ਸੀ। ਜਲਦੀ ਨਾਲ ਡੈਡੀ ਕੋਲ ਗਈ ਤੇ ਜਾ ਕੇ ਇਹ ਖੁਸ਼ਖਬਰੀ ਦਿੱਤੀ। ਉਸਦਾ ਪਿਤਾ ਇਹ ਸਭ ਦੇਖ ਕੇ ਬਹੁਤ ਖੁਸ਼ ਹੋਇਆ। ਇਸ ਵਾਰ ਉਸਨੇ ਸਿਮਰਨ ਦੇ ਪੇਪਰ ਦਾ ਖਰਚਾ ਪੈਸੇ ਚੁੱਕ ਕੇ ਕੀਤਾ ਸੀ। ਪੇਪਰ ਦੇ ਪੈਸੇ ਤਾਂ ਸਿਮਰਨ ਦੇ ਪਿਤਾ ਜਗਜੀਤ ਨੇ ਕਿਸੇ ਕੋਲੋਂ ਫੜ ਕੇ ਇਸ ਵਾਰ ਦਿੱਤੇ ਸੀ। ਖੈਰ, ਹੁਣ ਸਭ ਭੁੱਲ ਜਾਣਾ ਹੈ। ਘਰ ਵਿੱਚ ਤਾਂ ਪਹਿਲੇ ਹੀ ਤੰਗੀ ਸੀ। ਸਾਰੇ ਦੇ ਸਾਰੇ ਪੈਸੇ ਸਿਮਰਨ ਦੇ ਘਰ ਦੇ ਲਗਾ ਨਹੀਂ ਸਕਦੇ ਸੀ। ਬਸ ਇੱਕ ਹੀ ਰਾਹ ਸੀ ਹੁਣ, ਵਿਆਹ ਕਰਾਉਣ ਦਾ। ਉਮਰ ਦੀ ਸਿਮਰਨ ਹਲੇ 19 ਸਾਲ ਸੀ। 12ਵੀਂ ਕੀਤੀ ਨੂੰ ਹਲੇ 1 ਸਾਲ ਹੋਇਆ ਸੀ। ਪਰ ਆਪਣੇ ਘਰ ਦੇ ਹਾਲਾਤ ਦੇਖ ਕੇ ਉਹਨੇ ਅੱਗੇ ਪੜ੍ਹਾਈ ਨਹੀਂ ਕੀਤੀ ਤੇ ਆਈਲੈਟਸ ਕਰਨ ਦਾ ਹੀ ਸੋਚ ਲਿਆ। ਰਿਸ਼ਤੇ ਦੀ ਭਾਲ ਅਖੀਰ ਸਿਮਰਨ ਦੀ ਭੂਆ ਦੀ ਨਨਾਣ ਤੇ ਜਾ ਮੁੱਕੀ। ਸਿਮਰਨ ਦੀ ਭੂਆ ਕੁਲਵਿੰਦਰ ਸਿਮਰਨ ਦਾ ਮੋਹ ਕਾਫੀ ਕਰਦੀ ਸੀ। ਉਸਨੇ ਆਪਣੀ ਨਨਾਣ ਰਾਣੀ ਨੂੰ ਕਿਸੇ ਸੋਹਣੇ ਰਿਸ਼ਤੇ ਲਈ ਆਖ ਦਿੱਤਾ। ਅਖੇ ਜਦੋਂ ਜੋੜੀਆਂ ਬਣਾ ਹੀ ਉੱਪਰ ਵਾਲਾ ਦੇਵੇ ਤਾਂ ਕੌਣ ਰੋਕ ਸਕਦਾ ਹੈ। ਰਾਣੀ ਨੇ ਆਪਣੇ ਦਿਓਰ ਦੇ ਮੁੰਡੇ ਨੂੰ ਰਿਸ਼ਤਾ ਕਰਵਾ ਦਿੱਤਾ। ਪੈਸਾ ਸਾਰਾ ਉਹਨਾਂ ਨੇ ਲਾਉਣਾ ਸੀ, ਬਸ ਵਿਆਹ ਪੱਕਾ ਕਰਨਾ ਸੀ। ਫੋਨ ਉੱਪਰ ਹੀ ਕਈ ਗੱਲਾਂ ਹੋ ਗਈਆਂ। ਦੇਖਣ ਵਾਲੇ ਦਿਨ ਦੋਨੇ ਧਿਰਾਂ ਇੱਕ ਹੋਟਲ ਤੇ ਪੁੱਜ ਗਈਆਂ। ਗੱਲਬਾਤ ਹੋਣੇ ਤੋਂ ਬਾਅਦ ਪਤਾ ਲੱਗਾ ਕਿ ਮੁੰਡੇ ਦੀ ਉਮਰ 30 ਸਾਲ ਹੈ, ਪਰ ਹੈ ਇਕੱਲਾ ਤੇ ਨਾਲ 2 ਭੈਣਾਂ ਨੇ ਤੇ ਨਾਮ ਉਸਦਾ ਹਰਮਨ ਹੈ। ਆਪਸੀ ਗੱਲਬਾਤ ਵਿੱਚ ਜਗਜੀਤ ਨੇ ਆਪਣੇ ਘਰ ਦੀ ਅਸਲੀ ਹਾਲਤ ਬਿਆਨ ਕਰ ਦਿੱਤੀ। ਜਗਜੀਤ ਸਿੰਘ, ਮੇਰੇ ਕੋਲ ਬਸ ਧੀ ਹੀ ਹੈ। ਵਿਆਹ ਅਸੀਂ ਪੱਕਾ ਕਰਨਾ ਹੈ ਤੇ ਸਾਡੇ ਵੱਲੋਂ ਕੋਈ ਧੋਖਾ ਨਹੀਂ ਹੋਵੇਗਾ। ਸੰਦੀਪ ਕੌਰ, ਮੁੰਡੇ ਦੀ ਮਾਂ, ਸਾਨੂੰ ਬਸ ਕੁੜੀ ਦੀ ਹੀ ਲੋੜ ਹੈ। ਦਾਜ ਦਹੇਜ ਦੀ ਸਾਨੂੰ ਵੀ ਲੋੜ ਨਹੀਂ ਹੈ। ਰੱਬ ਦਾ ਦਿੱਤਾ ਸਭ ਕੁਝ ਹੈ। ਜਗਜੀਤ ਸਿੰਘ, ਦੇਖ ਲਓ ਭੈਣ ਜੀ, ਬਾਅਦ ਵਿੱਚ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਕੁੜੀ ਨੂੰ ਤਾਨੇ ਮਿਹਣੇ ਦੇਵੋ। ਸੰਦੀਪ ਕੌਰ, ਨਹੀਂ ਜੀ, ਕਦੇ ਵੀ ਨਹੀਂ। ਆ ਮੇਰਾ ਪੁੱਤ ਹੈ। ਉਮਰ ਦਾ ਤੁਹਾਨੂੰ ਪਤਾ ਹੀ ਲੱਗ ਗਿਆ ਹੈ ਤੇ ਨਾਲੇ ਇਹ ਪੜ੍ਹਿਆ 8 ਹੀ ਹੈ, ਪਰ ਨਸ਼ੇ ਪੱਤੇ ਦਾ ਕੋਈ ਬੈਲ ਨਹੀਂ ਹੈ। ਬਾਕੀ ਇਸਦੇ ਪਿਤਾ ਨੇ ਬਾਹਰ ਤੋਂ ਆਉਣਾ ਹੈ। ਵਿਆਹ ਅਸੀਂ ਉਦੋਂ ਕਰਨਾ ਹੈ। ਉਹਨਾਂ ਨੇ ਅਗਲੇ ਮਹੀਨੇ ਆਉਣਾ ਹੈ ਤੇ ਅਗਲੇ ਮਹੀਨੇ ਵਿਆਹ ਕਰ ਦੇਣਾ ਹੈ। ਵਿਚੋਲਣ ਰਾਣੀ, ਫਿਰ ਸਭ ਨੂੰ ਮਨਜ਼ੂਰ ਹੈ ਰਿਸ਼ਤਾ? ਜਗਜੀਤ ਸਿੰਘ, ਸਾਨੂੰ ਵੀ ਮਨਜ਼ੂਰ ਹੈ। ਦੋਹਾਂ ਧਿਰਾਂ ਨੇ ਹਾਂ ਆਖ ਦਿੱਤੀ। ਪਲਾਂ ਵਿੱਚ ਮੰਗਣੀ ਤੇ 1 ਹਫ਼ਤੇ ਵਿੱਚ ਵਿਆਹ ਹੋ ਗਿਆ। 3 ਮਾਰਚ ਦਾ ਵਿਆਹ ਰੱਖਿਆ ਗਿਆ ਸੀ। ਸਭ ਕੁਝ ਸੁੱਖ ਸੰਭਲੀ ਸਮੇਂ ਤੇ ਹੋ ਗਿਆ। ਸਾਰਾ ਖਰਚਾ ਮੁੰਡੇ ਵਾਲਿਆਂ ਨੇ ਹੀ ਕਰਿਆ। ਸਿਮਰਨ ਆਪਣੇ ਸਹੁਰੇ ਘਰ ਚਲੀ ਗਈ। ਵਿਆਹ ਤੋਂ ਦੂਸਰੇ ਦਿਨ ਹੀ ਘਰ ਵਿੱਚ ਪਾਰਟੀ ਰੱਖੀ ਹੋਈ ਸੀ। ਸਿਮਰਨ ਦੇ ਸਹੁਰਿਆਂ ਨੇ ਬਹੁਤ ਹੀ ਸੋਹਣਾ ਸੂਟ ਉਸ ਲਈ ਤਿਆਰ ਕੀਤਾ ਹੋਇਆ ਸੀ। ਉਸ ਨੂੰ ਉਸਦੀ ਨਨਾਣ ਨੇ ਹੀ ਤਿਆਰ ਕੀਤਾ ਸੀ, ਕਿਉਂਕਿ ਉਹ ਆਪ ਹੀ ਪਾਰਲਰ ਦਾ ਕੰਮ ਸਿੱਖੀ ਹੋਈ ਸੀ। ਸਿਮਰਨ ਬਿਨਾਂ ਕਿਸੇ ਸੰਗ ਸ਼ਰਮ ਤੋਂ ਅੰਦਰ ਬਾਹਰ ਘੁੰਮ ਰਹੀ ਸੀ, ਜਿਵੇਂ ਉਹ ਇਸ ਘਰ ਵਿੱਚ ਬਹੁਤ ਸਮੇਂ ਤੋਂ ਰਹੀ ਹੋਵੇ। ਇਹ ਗੱਲ ਵਿਚੋਲਣ ਨੂੰ ਬਿਲਕੁਲ ਵੀ ਪਸੰਦ ਨਹੀਂ ਆਈ। ਸਿਮਰਨ ਜਲਦੀ ਹੀ ਆਪਣੇ ਸਹੁਰੇ ਘਰ ਵਿੱਚ ਘੁਲ ਮਿਲ ਗਈ। ਉਸ ਦਾ ਉਹਨਾਂ ਨਾਲ ਬਹੁਤ ਪਿਆਰ ਪੈ ਗਿਆ। ਉਸ ਦਾ ਘਰ ਵਾਲਾ ਹਰਮਨ ਉਸ ਦਾ ਬਹੁਤ ਖਿਆਲ ਰੱਖਦਾ ਸੀ। ਉਸ ਨੂੰ ਹਰ ਚੀਜ਼ ਕਹਿਣ ਸਾਰ ਹੀ ਲਿਆ ਕੇ ਦਿੱਤੀ ਜਾਂਦੀ ਸੀ। ਦੋਵੇਂ ਨਨਾਣਾਂ ਵੀ ਉਹਨਾਂ ਦਾ ਬਹੁਤ ਮੋਹ ਕਰਦੀਆਂ ਸੀ। ਆਖਿਰ ਇੱਕ ਹੀ ਤਾਂ ਭਾਬੀ ਸੀ ਉਹਨਾਂ ਦੀ ਸਿਮਰਨ। ਬਾਹਰ ਦੀ ਫਾਈ ਲਗਾ ਦਿੱਤੀ ਗਈ। ਕੰਮ ਬਣਨਾ ਸ਼ੁਰੂ ਹੋ ਗਿਆ। ਸਿਮਰਨ ਦੇ ਮਾਪਿਆਂ ਨੇ ਆਪਣੀ ਹਿੰਮਤ ਦੇ ਮੁਤਾਬਿਕ ਜਿੰਨਾ ਉਹ ਕਰ ਸਕਦੇ ਸੀ ਕਰਤਾ। ਉਹਨਾਂ ਨੇ ਸਿਰਫ ਹਰਮਨ ਨੂੰ ਮੁੰਦਰੀ ਪਾਈ ਸੀ, ਹੋਰ ਕੋਈ ਗਹਿਣਾ ਨਹੀਂ ਪਾਇਆ ਸੀ। ਸਿਮਰਨ ਦੇ ਭਰਾ ਹਲੇ ਛੋਟੇ ਸੀ ਦੋਨੇ। ਖੈਰ, 1 ਮਹੀਨੇ ਬਾਅਦ ਹੀ ਆਫਰ ਲੈਟਰ ਆ ਗਿਆ ਕੈਨੇਡਾ ਦਾ। ਕੁਝ ਕਾਨੂੰਨੀ ਕੰਮ ਕਰਕੇ ਕੰਮ ਵਿੱਚ ਡਿੱਗ ਲੱਗਣੀ ਸੀ। ਸਿਮਰਨ ਦੀ ਵੱਡੀ ਨਨਾਣ ਦਾ ਨਾਮ ਸੋਨੀਆ ਤੇ ਛੋਟੀ ਦਾ ਰੀਨਾ ਸੀ। ਸੋਨੀਆ ਕਾਫੀ ਪੜ੍ਹ ਚੁੱਕੀ ਸੀ। ਉਸਨੇ B.Ed ਕਰ ਲਈ ਸੀ। ਘਰ ਵਿੱਚ ਪੈਸਾ ਹੋਣ ਕਰਕੇ ਉਸਨੂੰ ਘੁੰਮਣ ਫਿਰਨ ਦੀ ਪੂਰੀ ਖੁੱਲ੍ਹ ਸੀ।
ਇੱਕ ਉਹ ਆਪ ਵੀ ਕੰਮ ਕਰਦੀ ਸੀ। ਛੋਟੀ ਕੁੜੀ ਰੀਨਾ ਨੇ ਪਾਰਲਰ ਦਾ ਕੰਮ ਸਿੱਖਿਆ ਹੋਇਆ ਸੀ। ਉਸਨੇ ਬਸ 10 ਜਮਾਤਾਂ ਹੀ ਕੀਤੀਆਂ ਸੀ ਪਾਸ। ਸੋਨੀਆ ਇੱਕ ਬਹੁਤ ਹੀ ਸਮਝਦਾਰ ਕੁੜੀ ਸੀ। ਜ਼ਿੰਦਗੀ ਨੂੰ ਜਿਉਣ ਦਾ ਉਸਦਾ ਆਪਣਾ ਹੀ ਇੱਕ ਨਜ਼ਰੀਆ ਸੀ। ਹੌਲੀ-ਹੌਲੀ ਸਿਮਰਨ ਨੇ 2 ਕੁ ਮਹੀਨਿਆਂ ਵਿੱਚ ਸੋਨੀਆ ਦੀ ਜ਼ਿੰਦਗੀ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ। ਸਿਮਰਨ ਘਰ ਦਾ ਸਾਰਾ ਕੰਮ ਕਰਦੀ, ਪਰ ਉਸਦੀ ਉਮਰ ਦੇ ਹਿਸਾਬ ਨਾਲ ਉਸਨੂੰ ਬਹੁਤ ਹੀ ਘੱਟ ਅਕਲ ਸੀ। ਬਾਹਰ ਦਾ ਕੰਮ ਬਣਨ ਨੂੰ ਹਜੇ ਸਮਾਂ ਲੱਗਣਾ ਸੀ। ਘਰ ਦੇ ਸਿਮਰਨ ਤੇ ਸਿਮਰਨ ਘਰਦਿਆਂ ਦੇ ਸੁਭਾਅ ਤੋਂ ਜਾਣੂ ਹੋ ਗਈ ਸੀ। ਸੋਨੀਆ ਨੇ ਹਮੇਸ਼ਾ ਖੁੱਲ੍ਹ ਕੇ ਜ਼ਿੰਦਗੀ ਨੂੰ ਜੀ ਕੇ ਦੇਖਿਆ ਸੀ। ਆਪਣੇ ਕਿਸੇ ਵੀ ਕੰਮ ਵਿੱਚ ਉਸਨੂੰ ਰੋਕ-ਟੋਕ ਪਸੰਦ ਨਹੀਂ ਸੀ, ਪਰ ਸਿਮਰਨ ਨੇ ਹਰਮਨ ਦੇ ਦਿਮਾਗ ਵਿੱਚ ਇਹ ਗੱਲਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਕੁੜੀਆਂ ਨੂੰ ਇਸ ਤਰ੍ਹਾਂ ਨਹੀਂ ਘੁੰਮਣਾ ਚਾਹੀਦਾ। ਇਸ ਤਰ੍ਹਾਂ ਘੁੰਮਣ ਨਾਲ ਉਹਨਾਂ ਦੀ ਇੱਜ਼ਤ 'ਤੇ ਫਰਕ ਪੈਂਦਾ ਹੈ। ਜਿਸ ਭਰਾ ਨੇ ਅੱਜ ਤੱਕ ਆਪਣੀਆਂ ਭੈਣਾਂ ਨੂੰ ਕੁਝ ਨਹੀਂ ਕਿਹਾ ਸੀ, ਉਹ ਹੁਣ ਆਪਣੀਆਂ ਦੋਨਾਂ ਭੈਣਾਂ ਨੂੰ ਗੱਲ-ਗੱਲ 'ਤੇ ਟੋਕਣ ਲੱਗ ਪਿਆ ਸੀ। ਇੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਉਸ ਨੂੰ ਨਹੀਂ ਬੁਲਾਉਣਾ। ਪਰ ਕੁੜੀਆਂ ਗਲਤ ਤਾਂ ਹੈ ਹੀ ਨਹੀਂ ਸਨ ਕਿਸੇ ਵੀ ਪਾਸੇ ਤੋਂ। ਹਰਮਨ ਦਾ ਦਿਮਾਗ ਸਿਮਰਨ ਨੇ ਬਹੁਤ ਹੀ ਘੁਮਾ ਦਿੱਤਾ ਸੀ। ਇਸ ਵਿੱਚ ਉਸਦੀ ਭੂਆ ਦਾ ਬਹੁਤ ਹੱਥ ਸੀ। ਉਸਨੇ ਉਸਦਾ ਰਿਸ਼ਤਾ ਕਰਨ ਲਈ ਆਪਣੀ ਨਨਾਣ ਨੂੰ ਕਿਹਾ ਸੀ। ਅਸਲ ਵਿੱਚ ਉਸਦੀ ਭੂਆ ਨੇ ਕਿਹਾ ਕਿ ਜਦੋਂ ਵਿਆਹ ਰੱਖਣਾ ਹੀ ਪੱਕਾ ਹੈ ਤਾਂ ਮੁੰਡੇ ਨੂੰ ਪੂਰੀ ਤਰ੍ਹਾਂ ਆਪਣੇ ਹੱਥਾਂ ਵਿੱਚ ਕਰ ਲਈ, ਨਾਲ ਕੁੜੀਆਂ ਨਾਲ ਉੱਦਾਂ ਮੋਹ ਘੱਟ ਹੀ ਕਰੀਦੀ। ਇਹਨਾਂ ਭੈਣ ਭਰਾਵਾਂ ਵਿੱਚ ਬਹੁਤ ਪਿਆਰ ਰਿਹਾ ਤਾਂ ਆਪਣੇ ਵਿਆਹ ਤੋਂ ਬਾਅਦ ਵੀ ਇਹਨਾਂ ਨੇ ਜਲਦੀ ਪੇਕਿਆਂ ਨੂੰ ਤੁਰੀਆਂ ਰਿਹਾ ਕਰਨਾ ਤੇ ਖਰਚਾ ਸਾਰਾ ਤੈਨੂੰ ਕਰਨਾ ਪਿਆ ਕਰਨਾ ਹੈ। ਸਿਮਰਨ ਨੇ ਭੂਆ ਦੀਆਂ ਕਈਆਂ ਗੱਲਾਂ ਤੇ ਅਮਲ ਕਰਕੇ ਇਸੇ ਤਰ੍ਹਾਂ ਕਰਨੀ ਸ਼ੁਰੂ ਕਰ ਦਿੱਤੀ। ਜਿਸ ਭਰਾ ਨੇ ਭੈਣਾਂ ਨੂੰ ਪੁੱਛੇ ਬਿਨਾਂ ਕੋਈ ਗੱਲ ਵੀ ਕਦੇ ਨਹੀਂ ਸੀ ਕੀਤੀ, ਉਹ ਹੁਣ ਉਹਨਾਂ ਨੂੰ ਬੋਲਣ ਲੱਗ ਪਿਆ ਸੀ। ਉਸਨੇ ਇੱਕ ਦਿਨ ਸੋਨੀਆ ਨੂੰ ਬਹੁਤ ਬੋਲਿਆ ਤੇ ਕਿਹਾ ਕਿ ਤੂੰ ਮੁੰਡਿਆਂ ਨੂੰ ਬਹੁਤ ਬੁਲਾਉਂਦੀ ਹੈ, ਇਹ ਸਭ ਸਹੀ ਨਹੀਂ ਹੈ। ਇਸ ਨਾਲ ਕੋਈ ਤੇਰੇ ਬਾਰੇ ਕੀ ਸੋਚੇਗਾ। ਇਹ ਸੁਣ ਕੇ ਸੋਨੀਆ ਹੈਰਾਨ ਰਹਿ ਗਈ ਤੇ ਉਸਨੇ ਹਰਮਨ ਨੂੰ ਕਿਹਾ, ਤੂੰ ਤਾਂ ਵੀਰੇ ਇਸ ਤਰ੍ਹਾਂ ਦਾ ਨਹੀਂ ਸੀ। ਤਾਂ ਅੱਗੇ ਤੋਂ ਹਰਮਨ ਨੇ ਕਿਹਾ ਕਿ ਪਹਿਲਾਂ ਨਹੀਂ ਸੀ, ਪਰ ਹੁਣ ਹਾਂ। ਉਸ ਸਮੇਂ ਮੈਨੂੰ ਸਮਝ ਨਹੀਂ ਸੀ, ਪਰ ਹੁਣ ਸਾਰੀ ਸਮਝ ਹੈ ਕਿ ਇਹ ਸਭ ਠੀਕ ਨਹੀਂ ਹੈ। ਲੋਕ ਕੀ ਸੋਚਦੇ ਹੋਣਗੇ ਤੁਹਾਡੇ ਬਾਰੇ। ਗੱਲਾਂ ਇਸੇ ਤਰ੍ਹਾਂ ਇੰਨੀਆਂ ਵੱਧ ਗਈਆਂ ਕਿ ਇੱਕ ਦਿਨ ਸੋਨੀਆ ਨੇ ਸਿਮਰਨ ਨੂੰ ਆਖ ਦਿੱਤਾ ਕਿ ਉਸਨੂੰ ਸਮਝ ਆ ਗਈ ਹੈ ਕਿ ਇਹ ਸਭ ਉਹ ਕਰਵਾ ਰਹੀ ਹੈ। ਤਾਂ ਇਹ ਸੁਣ ਕੇ ਸਿਮਰਨ ਰੋਣ ਲੱਗ ਪਈ ਤੇ ਹਰਮਨ ਨੂੰ ਕਿਹਾ ਕਿ ਮੰਮੀ ਹੁਣੀ ਉਸਨੂੰ ਬਹੁਤ ਬੋਲਦੇ ਨੇ ਕਿ ਉਹ ਘਰ ਦਾ ਕੰਮ ਨਹੀਂ ਕਰਦੀ, ਤੇ ਜੋ ਹਰਮਨ ਸੋਨੀਆ ਨੂੰ ਆਉਣੇ ਜਾਣੇ ਤੋਂ ਰੋਕਦਾ ਹੈ ਉਸ ਦਾ ਕਾਰਨ ਇਹ ਹੈ ਕਿ ਮੈਂ ਤੁਹਾਨੂੰ ਉਹਨਾਂ ਦੇ ਖਿਲਾਫ ਗੱਲਾਂ ਆਖਦੀ ਹਾਂ। ਹਰਮਨ ਨੇ ਇਹ ਸਭ ਕੁਝ ਸੋਨੀਆ ਤੋਂ ਪੁੱਛਿਆ ਤੇ ਦੋਨੇ ਭੈਣ ਭਰਾ ਆਪਸ ਵਿੱਚ ਬਹਿਸਣ ਲੱਗ ਪਏ। ਗੱਲ ਇੰਨੀ ਵੱਧ ਗਈ ਕਿ ਹਰਮਨ ਨੇ ਸੋਨੀਆ ਤੇ ਹੱਥ ਚੁੱਕ ਲਿਆ। ਮਾਂ ਨੇ ਤਾਂ ਕੁੜੀਆਂ ਦਾ ਪੱਖ ਲੈਣਾ ਹੀ ਸੀ, ਪਰ ਅਸਲ ਵਿੱਚ ਸਿਮਰਨ ਆਪਣੇ ਰਸਤੇ ਤੋਂ ਕਿਸੇ ਹੋਰ ਪਾਸੇ ਨੂੰ ਹੀ ਤੁਰ ਪਈ ਸੀ। ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ, ਪਰ ਚੁੱਪ ਸੀ ਕਿ ਸਿਮਰਨ ਦੀਆਂ ਗਲਤੀਆਂ ਤੇ ਪਰਦਾ ਰੱਖਣ ਦੀ। ਉਹ ਇਹ ਸੀ ਕਿ ਕਿਸੇ ਤਰ੍ਹਾਂ ਇਹ ਹਰਮਨ ਨੂੰ ਕੈਨੇਡਾ ਮੰਗਵਾ ਲਵੇ, ਬਸ ਮੁੱਕਰ ਨਾ ਜਾਵੇ ਕਿਸੇ ਵੀ ਤਰ੍ਹਾਂ। ਹਰਮਨ ਤਾਂ ਬਸ ਸੁਣਦਾ ਹੀ ਸਿਮਰਨ ਦੀ ਸੀ। ਸੋਨੀਆ ਨੇ ਤਾਂ ਸਿਮਰਨ ਤੇ ਹਰਮਨ ਨੂੰ ਬੁਲਾਉਣਾ ਹੀ ਛੱਡਤਾ ਸੀ। ਆਪਣੀਆਂ ਕੁੜੀਆਂ ਨਾਲ ਇਸ ਤਰ੍ਹਾਂ ਦਾ ਵਰਤਾਵ ਕਰਨ ਕਰਕੇ ਸਿਮਰਨ ਆਪਣੀ ਸੱਸ ਦੇ ਮਨ ਤੋਂ ਵੀ ਲੈ ਗਈ ਸੀ। ਇੱਕ ਦਿਨ ਸਿਮਰਨ ਦੀ ਲੱਤ ਵਿੱਚ ਬਹੁਤ ਦਰਦ ਹੋਇਆ। ਕਈ ਤਰ੍ਹਾਂ ਦੀਆਂ ਦਰਦ ਦੀਆਂ ਦਵਾਈਆਂ ਖਾ ਕੇ ਵੀ ਉਸਨੂੰ ਬਹੁਤ ਘੱਟ ਫਰਕ ਪਿਆ। ਅਖੀਰ ਉਸਦੇ ਲੱਤ ਵਿੱਚ ਹੋ ਰਹੇ ਦਰਦ ਬਾਰੇ ਉਸਨੇ ਆਪ ਹੀ ਦੱਸਿਆ ਕਿ ਇੱਕ ਵਾਰ ਬਚਪਨ ਵਿੱਚ ਉਸਦਾ ਐਕਸੀਡੈਂਟ ਹੋ ਗਿਆ ਸੀ, ਜਿਸ ਕਰਕੇ ਉਸਦੀ ਲੱਤ ਵਿੱਚ ਪਲੇਟਾਂ ਪਾਈਆਂ ਸੀ। ਸ਼ਾਇਦ ਇਸ ਕਰਕੇ ਹੀ ਇਹ ਦਰਦ ਉਸਤੇ ਹੋ ਰਿਹਾ ਹੈ। ਡਾਕਟਰ ਕੋਲੋਂ ਚੈੱਕਅਪ ਕਰਵਾਇਆ ਤਾਂ ਉਹ ਗੱਲ ਨਿਕਲੀ। ਡਾਕਟਰ ਨੇ ਕਿਹਾ ਕਿ ਇਹ ਦਰਦ ਬਿਨਾਂ ਆਪਰੇਸ਼ਨ ਤੋਂ ਠੀਕ ਨਹੀਂ ਹੋਣਾ ਹੈ। ਅਖੀਰ ਕੋਈ ਹੱਲ ਨਾ ਦੇਖ ਉਸਦੀ ਲੱਤ ਦਾ ਆਪਰੇਸ਼ਨ ਕਰ ਦਿੱਤਾ ਗਿਆ। ਉਹ ਕਈ ਦਿਨਾਂ ਤੱਕ ਇਸੇ ਤਰ੍ਹਾਂ ਬੈੱਡ 'ਤੇ ਪਈ ਰਹੀ। ਇਹਨਾਂ ਦਿਨਾਂ ਵਿੱਚ ਉਸਦੀ ਸੱਸ ਨੇ ਨਾ ਚਾਹੁੰਦੇ ਹੋਏ ਵੀ ਉਸਦਾ ਕਾਫੀ ਖਿਆਲ ਰੱਖਿਆ ਤੇ ਹਰਮਨ ਹਰ ਸਮੇਂ ਉਸਦੇ ਨਾਲ ਹੀ ਰਹਿੰਦਾ ਸੀ। ਇਹਨਾਂ ਦਿਨਾਂ ਵਿੱਚ ਇੱਕ ਗੱਲ ਬਹੁਤ ਸੋਹਣੀ ਹੋਈ, ਉਹ ਇਹ ਸੀ ਕਿ ਸਿਮਰਨ ਦਾ ਕੈਨੇਡਾ ਦਾ ਵੀਜ਼ਾ ਆ ਗਿਆ ਸੀ। ਲਗਭਗ 1 ਮਹੀਨੇ ਬਾਅਦ ਸਿਮਰਨ ਤੁਰਨ ਫਿਰਨ ਲੱਗੀ। ਜਦੋਂ ਹੀ ਉਹ ਠੀਕ ਠਾਕ ਤੁਰਨ ਫਿਰਨ ਲੱਗ ਪਈ ਤਾਂ ਜਲਦੀ ਨਾਲ ਉਸਦੀ ਟਿਕਟ ਕਰਵਾ ਕੇ ਉਸਨੂੰ ਕੈਨੇਡਾ ਲਈ ਰਵਾਨਾ ਕਰ ਦਿੱਤਾ ਗਿਆ। ਸਿਮਰਨ ਦੇ ਜਾਣੇ ਤੋਂ ਬਾਅਦ ਮਿਠਾਈ ਦਾ ਡੱਬਾ ਸਿਮਰਨ ਦੀ ਸੱਸ ਵਿਚੋਲਨ ਨੂੰ ਦੇਣ ਗਈ।
ਹਰਮਨ ਵੀ ਨਾਲ ਹੀ ਗਿਆ ਸੀ। ਸੰਦੀਪ ਕੌਰ ਨੇ ਵੈਸੇ ਹੀ ਰਾਣੀ ਨੂੰ ਕਿਹਾ ਕਿ ਦੇਖ ਲਓ ਭੈਣ ਜੀ, ਇੱਕ ਵਾਰੀ ਵੀ ਸਿਮਰਨ ਦੇ ਮਾਪਿਆਂ ਨੇ ਪੁੱਛਿਆ ਤੱਕ ਨਹੀਂ ਕਿ ਦੱਸੋ ਕੁਝ, ਜੇਕਰ ਪੈਸਾ ਘਟ ਰਿਹਾ ਹੈ ਕੰਮ ਬਣਾਉਣ ਲਈ ਤਾਂ ਅਸੀਂ ਕੁਝ ਮਦਦ ਕਰ ਦਈਏ। ਫਿੱਟੇ ਮੂੰਹ ਤੱਕ ਨਹੀਂ ਕਿਹਾ ਕਿੰਨਾ ਖਰਚਾ ਆਇਆ ਸਾਡਾ ਉਹਨਾਂ ਦੀ ਕੁੜੀ ਤੇ। ਇਹ ਸੁਣ ਕੇ ਹਰਮਨ ਨੇ ਉਸੇ ਸਮੇਂ ਆਪਣੀ ਮਾਂ ਨੂੰ ਰੋਕ ਦਿੱਤਾ ਤੇ ਕਿਹਾ ਕਿ ਬਸ ਕਰੋ ਮੰਮੀ, ਕਿਉਂ ਉਹੀ ਗੱਲਾਂ ਕਰਦੇ ਹੋ। ਜਦੋਂ ਇਸ ਤਰ੍ਹਾਂ ਦਾ ਵਿਆਹ ਕਰਨਾ ਹੋਵੇ ਤਾਂ ਖਰਚਾ ਸਾਰਾ ਮੁੰਡੇ ਵਾਲਿਆਂ ਦਾ ਹੀ ਹੁੰਦਾ ਹੈ। ਇਸ ਤਰ੍ਹਾਂ ਦੇ ਨਾਲ ਹੀ ਸੰਦੀਪ ਬੋਲ ਪਈ, ਫਿਰ ਵੀ ਇੱਕ ਵਾਰ ਪੁੱਛਣ ਦਾ ਤਾਂ ਹੱਕ ਬਣਦਾ ਸੀ। ਉਹਨਾਂ ਦਾ ਵਿਆਹ ਤੱਕ ਦਾ ਖਰਚਾ ਸਾਰਾ ਸਾਡਾ ਸੀ। ਨਾ ਕੋਈ ਗਹਿਣਾ ਪਾਇਆ ਸੀ ਉਹਨਾਂ ਨੇ, ਨਾ ਆਪਣੀ ਕੁੜੀ ਨੂੰ, ਨਾ ਕਿਸੇ ਹੋਰ ਨੂੰ। ਜਵਾਈ ਨੂੰ ਵੀ ਇੱਕ ਹਲਕੀ ਮੁੰਦਰੀ ਹੀ ਪਾਈ ਸੀ। ਇਹੀ ਗੱਲਾਂ ਚੱਲ ਰਹੀਆਂ ਸੀ ਕਿ ਹਰਮਨ ਨੂੰ ਸਿਮਰਨ ਦੇ ਕਾਲ ਆ ਗਈ। ਉਹ ਉੱਠ ਕੇ ਇੱਕ ਪਾਸੇ ਨੂੰ ਚਲਾ ਗਿਆ। ਉਸਦੇ ਪਾਸੇ ਜਾਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਘਰੇਲੂ ਗੱਲਾਂ ਕਰਨ ਤੋਂ ਬਾਅਦ ਸੰਦੀਪ ਕੌਰ ਸਿਮਰਨ ਬਾਰੇ ਵਿਚੋਲਨ ਨੂੰ ਦੱਸਣ ਲੱਗ ਪਈ ਕਿ ਉਹ ਕੀ ਕੁਝ ਕਰਦੀ ਸੀ। ਸੰਦੀਪ ਕੌਰ ਨੇ ਰਾਣੀ ਨੂੰ ਦੱਸਿਆ ਕਿ ਸਿਮਰਨ ਨੂੰ ਬੋਲਣ ਦੀ ਅਕਲ ਨਹੀਂ ਸੀ, ਨਾ ਹੀ ਬੈਠਣ ਉੱਠਣ ਦਾ ਪਤਾ ਸੀ। ਦੂਸਰਾ, ਉਹਨੇ ਹਰਮਨ ਨੂੰ ਆਪਣੇ ਹੱਕ ਵਿੱਚ ਇਸ ਤਰ੍ਹਾਂ ਕਰ ਲਿਆ ਸੀ ਕਿ ਉਹ ਕੁੜੀਆਂ ਨੂੰ ਬਹੁਤ ਬੋਲਣ ਲੱਗ ਪਿਆ ਸੀ। ਸਿਮਰਨ ਇਸ ਨੂੰ ਅੱਖਾਂ ਤੋਂ ਇੱਕ ਪਾਸੇ ਨਹੀਂ ਸੀ ਹੋਣ ਦਿੰਦੀ। ਇੱਕ ਉਸ ਨੂੰ ਨਾ ਇਹ ਪਤਾ ਸੀ ਕਿ ਆਏ ਗਏ ਤੇ ਵੱਡੇ ਛੋਟੇ ਅੱਗੇ ਚੁੰਨੀ ਸਿਰ ਤੇ ਲੈ ਕੇ ਆਉਣੀ ਹਾਂ। ਉਸ ਦੇ ਮਗਰ ਲੱਗ ਕੇ ਮੇਰੇ ਪੁੱਤ ਮੇਰੀ ਕੁੜੀਆਂ ਨੂੰ ਬੋਲਣ ਲੱਗ ਪਿਆ। ਜਿਸ ਭਰਾ ਨੇ ਕਦੇ ਉਹਨਾਂ ਨੂੰ ਪੁੱਛੇ ਬਿਨਾਂ ਕੋਈ ਕੰਮ ਤੱਕ ਨਹੀਂ ਸੀ ਕੀਤਾ, ਉਹ ਵੀ ਬਦਦੁਆਵਾਂ ਹੀ ਦੇ ਰਹੀਆਂ ਨੇ ਇਹਨੂੰ। ਰਾਣੀ ਆਖਣ ਲੱਗੀ, ਪਤਾ ਤਾਂ ਮੈਨੂੰ ਵੀ ਲੱਗਿਆ ਸੀ, ਤੁਸੀਂ ਵੀ ਠੀਕ ਆਖ ਰਹੇ ਹੋ। ਪੈਸਾ ਤਾਂ ਤੁਸੀਂ ਨਹੀਂ ਲੈਣੇ ਸੀ, ਪਰ ਉਹਨਾਂ ਦਾ ਇੱਕ ਵਾਰ ਪੁੱਛਣ ਦਾ ਫਰਜ਼ ਤਾਂ ਬਣਦਾ ਸੀ। ਤੇ ਮੈਨੂੰ ਸਿਮਰਨ ਦੀਆਂ ਹਰਕਤਾਂ ਦਾ ਵੀ ਪਤਾ ਲੱਗਦਾ ਰਿਹਾ। ਪਹਿਲਾਂ ਤੁਸੀਂ ਮੁੰਡੇ ਨੂੰ ਬਾਹਰ ਕੱਢ ਦਿਓ ਕਿਸੇ ਤਰ੍ਹਾਂ, ਫਿਰ ਕੋਲ ਬਿਠਾ ਕੇ ਕਰ ਲਿਓ ਸਾਰੀਆਂ ਗੱਲਾਂ। ਜਿਨ੍ਹਾਂ ਭੈਣਾਂ ਨੇ ਮੂਹਰੇ ਹੋ ਕੇ ਸਾਰੇ ਕੰਮ ਆਪਣੇ ਹੱਥੀਂ ਕੀਤੇ, ਉਹਨਾਂ ਨਾਲ ਇਸ ਤਰ੍ਹਾਂ ਦਾ ਵਰਤਾਵ ਕਰਨਾ ਬਣਦਾ ਨਹੀਂ ਹੈ। ਸੰਦੀਪ ਕੌਰ ਕਹਿਣ ਲੱਗੀ, ਗੁੱਸਾ ਨਾ ਕਰਿਓ ਭੈਣ ਜੀ, ਪਰ ਇੱਕ ਗੱਲ ਇਹ ਵੀ ਸੱਚ ਆ ਕਿ ਸਿਮਰਨ ਦੇ ਮਾਪੇ ਸਾਨੂੰ ਕੋਈ ਵੀ ਗੱਲ ਆਖ ਨਹੀਂ ਸਕਦੇ। ਰਾਣੀ, ਕਿਉਂ ਭੈਣ ਜੀ, ਇਸ ਤਰ੍ਹਾਂ ਦੇ ਵਿਚਾਰ ਕਿਉਂ ਸਾਂਝੇ ਕਰ ਰਹੀ ਹੈ? ਤਾਂ ਸੰਦੀਪ ਕੌਰ ਨੇ ਜਵਾਬ ਦਿੱਤਾ ਕਿ ਜਿਨ੍ਹਾਂ ਨੇ ਕੁੜੀ ਤੇ ਇੱਕ ਵੀ ਰੁਪਏ ਦਾ ਖਰਚਾ ਨਾ ਕੀਤਾ ਹੋਵੇ, ਇੱਥੋਂ ਤੱਕ ਕਿ ਲਾਵਾਂ ਤੇ ਕੁੜੀ ਦੇ ਪਾਇਆ ਸੂਟ ਵੀ ਸਹੁਰਿਆਂ ਦਾ ਹੋਵੇ, ਫਿਰ ਕੁੜੀ ਵਿਆਹੀ ਨਹੀਂ ਵੇਚੀ ਜਾਂਦੀ ਹੈ। ਗੱਲ ਕੌੜੀ ਲੱਗਣੀ ਆ, ਪਰ ਹੈ ਜਮਾਂ ਸੱਚ। ਪਿਓ ਗਰੀਬ ਸੀ, ਪਰ ਭੂਆ ਜਿਹੜੀਆਂ 5 ਤੇ ਚਾਚੇ ਤਾਏ ਉਹ ਤਾਂ ਅਮੀਰ ਸੀ। ਥੋੜਾ ਸਮੇਂ ਹੋਰ ਰੁਕਣ ਤੋਂ ਬਾਅਦ ਸੰਦੀਪ ਕੌਰ ਤੇ ਹਰਮਨ ਆਪਣੇ ਘਰ ਵਾਪਸ ਚਲੇ ਗਏ। ਸਿਮਰਨ ਨੂੰ ਜਦੋਂ ਹੀ ਸਮਾਂ ਮਿਲਦਾ ਉਹ ਹਰਮਨ ਨਾਲ ਹੀ ਫੋਨ ਤੇ ਲੱਗੀ ਰਹਿੰਦੀ ਸੀ। ਇਸੇ ਤਰ੍ਹਾਂ 1 ਸਾਲ ਬੀਤ ਗਿਆ, ਪਰ ਹਰਮਨ ਹਲੇ ਤੱਕ ਕੈਨੇਡਾ ਨਹੀਂ ਗਿਆ ਸੀ। ਘਰ ਦੇ ਉਸ ਨੂੰ ਆਖ ਰਹੇ ਸੀ ਕਿ ਉਹ ਸਿਮਰਨ ਨੂੰ ਆਖੇ ਤੇਰਾ ਕੰਮ ਅਪਲਾਈ ਕਰੇ। ਸਿਮਰਨ ਨੇ ਕਿਹਾ ਕਿ ਉਹ ਵਰਕ ਪਰਮਿਟ ਲਈ ਅਪਲਾਈ ਕਰਨ ਤੋਂ ਬਾਅਦ ਹਰਮਨ ਦਾ ਕੰਮ ਵੀ ਅਪਲਾਈ ਕਰ ਦੇਵੇਗੀ। ਇੱਕ ਹੁਣ ਕੁੜੀਆਂ ਦੇ ਧੋਖਾ ਦੇਣ ਵਾਲੇ ਕੇਸ ਬਹੁਤ ਸਾਹਮਣੇ ਆ ਰਹੇ ਸੀ। ਕੁਝ ਕੁ ਦਿਨ ਪਹਿਲਾਂ ਹੀ ਹਰਮਨ ਦੇ ਇੱਕ ਦੋਸਤ ਨੂੰ ਕੁੜੀ ਵੱਲੋਂ ਬਾਹਰ ਜਾ ਕੇ ਧੋਖਾ ਦਿੱਤਾ ਗਿਆ। ਕੋਈ ਹੱਲ ਨਾ ਹੁੰਦਾ ਦੇਖ ਕੇ ਉਹਨਾਂ ਨੇ ਕੁੜੀ ਕੋਲੋਂ ਤਲਾਕ ਹੀ ਲਿਆ। ਫਿਰ ਹਰਮਨ ਦੀ ਭੂਆ ਵੀ ਕੈਨੇਡਾ ਹੀ ਸੀ। ਉਹ ਸਿਮਰਨ ਦੀ ਬਹੁਤ ਦੇਖ ਰੇਖ ਕਰ ਰਹੀ ਸੀ। ਕੁੜੀ ਨੇ ਆਈਲੈਟਸ ਕਰਕੇ ਸਾਰੇ ਪੈਸੇ ਮੁੰਡੇ ਦੇ ਪਰਿਵਾਰ ਦੇ ਲਗਵਾਏ ਤੇ ਬਾਹਰ ਜਾ ਕੇ ਮੁੱਕਰ ਗਈ ਤੇ ਇਸ ਸਦਮੇ ਵਿੱਚ ਮੁੰਡੇ ਨੇ ਫਾਹਾ ਲੈ ਲਿਆ। ਕਿਸੇ ਨੇ ਦਵਾਈ ਖਾ ਲਈ। ਇਸ ਤਰ੍ਹਾਂ ਦੀਆਂ ਖਬਰਾਂ ਆਏ ਦਿਨ ਹੀ ਅਖਬਾਰ ਤੇ ਟੀਵੀ ਉੱਤੇ ਚਰਚਾ ਦਾ ਵਿਸ਼ਾ ਬਣ ਕੇ ਚੱਲਦੀਆਂ ਰਹਿੰਦੀਆਂ ਸੀ। ਸਿਮਰਨ ਨੇ ਬਾਹਰ ਹਰਮਨ ਦਾ ਵੀਜ਼ਾ ਅਪਲਾਈ ਕੀਤਾ, ਪਰ ਉਸ ਉੱਤੇ ਰਿਫਿਊਜ਼ਲ ਲੱਗ ਗਿਆ। ਸਿਮਰਨ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ। ਭਾਵੇਂ ਸਿਮਰਨ ਆਪਣੀਆਂ ਨਨਾਣਾਂ ਨੂੰ ਪਸੰਦ ਨਹੀਂ ਕਰਦੀ ਸੀ, ਪਰ ਉਹ ਹਰਮਨ ਨੂੰ ਪਿਆਰ ਦਿਲ ਤੋਂ ਹੀ ਕਰਦੀ ਸੀ। ਉਹ ਆਪਣੀ ਰਿਸ਼ਤੇਦਾਰੀ ਤੇ ਸਹੇਲੀਆਂ ਵਿੱਚ ਵੀ ਦੱਸਦੀ ਫਿਰਦੀ ਸੀ ਕਿ ਹਰਮਨ ਇੱਕ ਬਹੁਤ ਹੀ ਚੰਗਾ ਇਨਸਾਨ ਹੈ। ਜਿੰਨਾ ਉਹ ਮੇਰਾ ਕਰਦੇ ਨੇ, ਇੰਨਾ ਮੇਰਾ ਕੋਈ ਨਹੀਂ ਕਰ ਸਕਦਾ ਸੀ। ਮੇਰੀ ਮਾਂ ਦੇ ਜਾਣੇ ਤੋਂ ਬਾਅਦ ਉਹ ਮੇਰੇ ਸਭ ਤੋਂ ਵੱਧ ਕਰੀਬ ਆਈ ਸੀ। ਸਿਮਰਨ ਨੇ ਜਦੋਂ ਹਰਮਨ ਨੂੰ ਇੱਕ ਸੱਚਾਈ ਦੱਸੀ ਕਿ ਉਸਦੀ ਮੰਮੀ ਦੀ ਮੌਤ ਨਹੀਂ ਹੋਈ ਹੈ, ਬਲਕਿ ਉਹ ਇਸ ਦੁਨੀਆ ਤੇ ਜਿਉਂਦੇ ਨੇ, ਅਸਲ 'ਚ ਉਹ ਉਸਦੇ ਪਿਤਾ ਨਾਲ ਲੜ ਕੇ ਘਰ ਛੱਡ ਕੇ ਚਲੇ ਗਏ ਸੀ
ਤਾਂ ਇਸ ਗੱਲ ਨੂੰ ਹਰਮਨ ਤੇ ਹਰਮਨ ਦੀ ਸਾਰੀ ਫੈਮਿਲੀ ਨੇ ਸਵੀਕਾਰ ਕਰ ਲਿਆ ਸੀ। ਕਿਸੇ ਨੂੰ ਵੀ ਕਦੇ ਵੀ ਨਾ ਦੱਸਣ ਦਾ ਵਾਅਦਾ ਕੀਤਾ ਸੀ। ਹਰਮਨ ਉਹ ਸੱਚੇ ਦਿਲੋਂ ਪਸੰਦ ਕਰਦੀ ਸੀ। ਆਪਣੀਆਂ ਸਾਰੀਆਂ ਸਹੇਲੀਆਂ ਨੂੰ ਦੱਸਦੀ ਕਿ ਮੈਨੂੰ ਉਸਦੀ ਉਮਰ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਤਰ੍ਹਾਂ ਦਾ ਇਨਸਾਨ ਚੰਗੇ ਕਰਮਾਂ ਨਾਲ ਹੀ ਮਿਲਿਆ ਕਰਦਾ। ਰੱਬ ਸਾਰੀਆਂ ਕੁੜੀਆਂ ਨੂੰ ਅਜਿਹਾ ਹੀ ਵਰ ਦੇਵੇ। ਪਰ ਹੁਣ ਹਰਮਨ ਦੇ ਵੀਜ਼ੇ 'ਤੇ ਲੱਗੇ ਰਿਫਿਊਜ਼ਲ ਨੇ ਸਾਰਾ ਕੰਮ ਖਰਾਬ ਕਰਕੇ ਰੱਖ ਦਿੱਤਾ ਸੀ। ਸਾਰੇ ਸਿਮਰਨ 'ਤੇ ਸ਼ੱਕ ਕਰ ਰਹੇ ਸੀ ਕਿ ਇਹ ਸਭ ਉਸਨੇ ਹੀ ਕੀਤਾ ਹੈ। ਉਹ ਵੀ ਬਾਹਰ ਜਾ ਕੇ ਬਾਕੀ ਕੁੜੀਆਂ ਵਾਂਗੂ ਬਦਲ ਗਈ ਹੈ। ਉਸਨੇ ਜਾਣ ਕੇ ਪੇਪਰ ਵਿੱਚ ਖਰਾਬੀ ਕੀਤੀ ਕੋਈ, ਜਿਸ ਕਰਕੇ ਰਿਫਿਊਜ਼ਲ ਆ ਗਈ। ਸਾਰੇ ਉਸਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਸੀ। ਇਸ ਕਰਕੇ ਸੋਨੀਆ ਤੇ ਉਸਦੀ ਮਾਂ ਨੂੰ ਇੱਕ ਮੌਕਾ ਮਿਲ ਗਿਆ ਹਰਮਨ ਨੂੰ ਅਸਲੀਅਤ ਦਿਖਾਉਣ ਦਾ। ਇੱਕ ਇਹ ਹਰ ਰੋਜ਼ ਖਬਰਾਂ ਵਿੱਚ ਆਉਂਦੇ ਕੇਸ। ਹੁਣ ਸਿਮਰਨ ਦੀ ਪੜ੍ਹਾਈ ਤਾਂ ਪੂਰੀ ਹੋ ਚੁੱਕੀ ਸੀ। ਉਸਨੇ ਵਰਕ ਪਰਮਿਟ ਕਰਵਾ ਕੇ ਹੀ ਹਰਮਨ ਦਾ ਕੰਮ ਅਪਲਾਈ ਕਰਵਾਇਆ ਸੀ, ਪਰ ਉਸਦਾ ਰਿਫਿਊਜ਼ਲ ਆ ਗਿਆ ਸੀ। ਅਸਲ ਵਿੱਚ ਇਸ ਦਾ ਕਾਰਨ ਹਰਮਨ ਦੀ ਉਮਰ ਤੇ ਘੱਟ ਪੜ੍ਹਿਆ ਲਿਖਿਆ ਹੋਣਾ ਸੀ। ਸੰਦੀਪ ਕੌਰ ਨੇ ਹਰਮਨ ਦੇ ਦਿਲ ਦਿਮਾਗ ਵਿੱਚ ਇਹ ਗੱਲ ਭਰਨੀ ਸ਼ੁਰੂ ਕਰ ਦਿੱਤੀ ਕਿ ਦੇਖ ਲੈ ਘਰਵਾਲੀ ਦੇ ਅਸਲੀ ਰੰਗ, ਜਿਸ ਮਗਰ ਲੱਗ ਕੇ ਤੂੰ ਭੈਣਾਂ ਨੂੰ ਬੋਲਦਾ ਸੀ। ਦੇਖ ਲਿਆ ਸਭ। ਉਹਨੇ ਨਹੀਂ ਬੁਲਾਉਣਾ ਤੈਨੂੰ। ਚੰਗੀ ਚਾਹੁੰਦਾ ਤਾਂ ਉਸ ਕੋਲੋਂ ਕਿਸੇ ਬਹਾਨੇ ਨਾਲ ਪੈਸੇ ਮੰਗਵਾ ਲਾ ਜਿਹੜੇ ਉਸ 'ਤੇ ਲੱਗੇ ਨੇ। ਕੰਮ ਤਾਂ ਉਹ ਕਰਦੀ ਹੀ ਹੈ, ਨਹੀਂ ਤਾਂ ਲੱਗਿਆਂ ਦਾ ਦੁੱਖ ਹੁੰਦਾ ਰਹਿਣਾ। ਸੋਨੀਆ ਨੇ ਵੀ ਇਸ ਪੱਖ ਵਿੱਚ ਆਪਣਾ ਸੁਝਾਅ ਸਿਮਰਨ ਦੇ ਖਿਲਾਫ ਹੀ ਦਿੱਤਾ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹ ਵੀ ਇਸੇ ਤਰ੍ਹਾਂ ਦੀ ਹੀ ਨਿਕਲੇਗੀ। ਜੋ ਇਸਨੇ ਆਪਣੀ ਤੀਵੀਂ ਮਗਰ ਲੱਗ ਕੇ ਮੈਨੂੰ ਗੱਲਾਂ ਕਹੀਆਂ ਨੇ, ਇਸ ਨਾਲ ਇਸੇ ਤਰ੍ਹਾਂ ਹੀ ਹੋਣੀ ਸੀ। ਮੇਰੀਆਂ ਵੀ ਬਦਦੁਆਵਾਂ ਲੱਗਣੀਆਂ ਹੀ ਸੀ। ਇਸੇ ਤਰ੍ਹਾਂ ਦੀਆਂ ਗੱਲਾਂ ਕਰਦੇ ਸੁਣਦੇ ਦੋਨੇ ਭੈਣ ਭਰਾ ਲੜਨ ਲੱਗ ਪਏ ਤੇ ਮਾਰ ਕੁਟਾਈ ਹੋ ਗਏ। ਘਰਦਿਆਂ ਨੇ ਇਸ ਵਿੱਚ ਹਰਮਨ ਦਾ ਸਾਥ ਤਾਂ ਕੀ ਦੇਣਾ। ਉਹਨਾਂ ਨੇ ਸਿਮਰਨ ਦਾ ਅਸਲੀ ਸੁਭਾਅ ਹਰਮਨ ਨੂੰ ਦਿਖਾਉਣਾ ਸ਼ੁਰੂ ਕਰ ਦਿੱਤਾ। ਇਹ ਸਭ ਨੇ ਉਸਦੇ ਦਿਮਾਗ 'ਤੇ ਉਲਟਾ ਅਸਰ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਸਿਮਰਨ 'ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ। ਇਹ ਸ਼ੱਕ ਕਰਕੇ ਉਹ ਸਿਮਰਨ ਨੂੰ ਕਹਿਣ ਲੱਗ ਪਿਆ ਕਿ ਉਹ ਉਸਨੂੰ ਪੈਸੇ ਭੇਜੇ। ਕੰਮ ਤਾਂ ਤੂੰ ਕਰਦੀ ਹੀ ਹੈ, ਐਨੇ ਲੱਗੇ ਨੇ ਘਰਦਿਆਂ ਦੇ। ਮੈਂ ਵੀ ਕੋਈ ਕੰਮ ਨਹੀਂ ਕਰਦਾ। ਤੇਰਾ ਫਰਜ਼ ਬਣਦਾ ਕਿ ਤੂੰ ਮੈਨੂੰ ਇਹਨਾਂ ਉੱਤੇ ਬੋਝ ਨਾ ਬਣਨ ਦੇਵੇਂ। ਹਰਮਨ ਸਿਮਰਨ ਕੋਲੋਂ ਪੈਸੇ ਦੀ ਮੰਗ ਕਰਨ ਲੱਗ ਪਿਆ ਤੇ ਉਹ ਉਸਦੀ ਹਰ ਗੱਲ ਮੰਨਦੀ ਸੀ, ਜਿਸ ਕਰਕੇ ਪੈਸੇ ਭੇਜ ਦਿੰਦੀ ਸੀ। ਹਰਮਨ ਦਾ ਜਨਮ ਦਿਨ ਆ ਗਿਆ ਸੀ ਤੇ ਸਿਮਰਨ ਨੇ ਉਸ ਦਿਨ ਗੁਰੂ ਘਰ ਜਾ ਕੇ ਤੇ ਆਪਣੀਆਂ ਕੈਨੇਡਾ ਦੀਆਂ ਸਹੇਲੀਆਂ ਨਾਲ ਕੇਕ ਕੱਟ ਕੇ ਮਨਾ ਲਿਆ। ਉਸਨੂੰ ਖੁਸ਼ੀ ਹੀ ਇੰਨੀ ਸੀ। ਦੂਸਰੇ ਪਾਸੇ ਹਰਮਨ ਸ਼ਰਾਬ ਪੀਣ ਲੱਗ ਗਿਆ ਸੀ। ਸਿਮਰਨ ਨੇ ਉਸ ਦਾ ਦੂਸਰੀ ਵਾਰ ਵੀਜ਼ਾ ਅਪਲਾਈ ਕੀਤਾ, ਪਰ ਉਸਦੀ ਫਿਰ ਰਿਫਿਊਜ਼ਲ ਆ ਗਈ। ਹੁਣ ਤਾਂ ਸਭ ਨੂੰ ਇਹ ਗੱਲ ਪੱਕੀ ਹੋ ਗਈ ਕਿ ਸਿਮਰਨ ਨੇ ਹਰਮਨ ਨੂੰ ਬਾਹਰ ਨਹੀਂ ਬੁਲਾਉਣਾ ਹੈ। ਹਰਮਨ ਜੋ ਥੋੜ੍ਹੀ ਥੋੜ੍ਹੀ ਪੀਣ ਲੱਗਾ ਸੀ, ਉਸਨੇ ਹੁਣ ਉਹ ਜ਼ਿਆਦਾ ਪੀਣੀ ਸ਼ੁਰੂ ਕਰ ਦਿੱਤੀ ਸੀ। ਇਹ ਸੁਣ ਕੇ ਹਰਮਨ ਬੁਖਲਾ ਗਿਆ ਤੇ ਉਸਨੇ ਸਿਮਰਨ ਨੂੰ ਗੁੱਸੇ ਵਿੱਚ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅਕਸਰ ਹੀ ਜਦੋਂ ਸਿਮਰਨ ਉਸਨੂੰ ਫੋਨ ਕਰਦੀ ਤਾਂ ਹਰਮਨ ਪੀ ਕੇ ਉਸਨੂੰ ਗਾਲਾਂ ਕੱਢਦਾ ਸੀ। ਹਰਮਨ ਰੋਜ਼ ਹੁਣ ਇਸੇ ਤਰ੍ਹਾਂ ਕਰਦਾ ਸੀ, ਜਿਸ ਕਰਕੇ ਹੌਲੀ-ਹੌਲੀ ਸਿਮਰਨ ਨੇ ਫੋਨ ਕਰਨਾ ਹੀ ਬੰਦ ਕਰ ਦਿੱਤਾ ਸੀ। ਹੁਣ ਹਰਮਨ ਨੂੰ ਤਾਨੇ ਹੀ ਸੁਣਨ ਨੂੰ ਮਿਲਦੇ ਸੀ, ਕਿਉਂਕਿ ਹੁਣ ਉਸਦਾ ਬਾਹਰ ਜਾਣਾ ਮੁਸ਼ਕਿਲ ਹੋ ਗਿਆ ਸੀ। ਉਸਨੇ ਤਾਂ ਆਸ ਹੀ ਛੱਡ ਦਿੱਤੀ ਸੀ। ਹੁਣ ਗਲਤੀ ਹਰਮਨ ਦੀ ਵੀ ਸੀ। ਉਸਨੂੰ ਸਭ ਰਿਸ਼ਤਿਆਂ ਨੂੰ ਇੱਕੋ ਜਿਹੀ ਅਹਿਮੀਅਤ ਦੇਣੀ ਚਾਹੀਦੀ ਸੀ। ਸਿਮਰਨ ਗੱਲਾਂ ਸੁਣ ਰਹੀ ਸੀ, ਮਾਪਿਆਂ ਤੇ ਸਹੁਰਿਆਂ ਦੋਨਾਂ ਦੀਆਂ, ਕਿਉਂਕਿ ਆਪਣੇ ਚਲਾਕੀ ਵਾਲੇ ਵਰਤਾਵ ਕਰਕੇ ਉਸਦੀਆਂ ਬਹੁਤ ਗੱਲਾਂ ਉਸਦੇ ਮਾਪਿਆਂ ਕੋਲ ਗਈਆਂ ਸੀ। ਉਹ ਸਭ ਦੇ ਵਿੱਚ ਹੁਣ ਸ਼ੱਕ ਦਾ ਪਾਤਰ ਬਣ ਚੁੱਕੀ ਸੀ। ਇਸ ਦਾ ਕਾਰਨ ਉਸਦੀਆਂ ਉਹ ਹਰਕਤਾਂ ਜੋ ਉਸਨੇ ਪਹਿਲਾਂ ਆਪਣੇ ਸਹੁਰੇ ਘਰ ਵਿੱਚ ਰਹਿ ਕੇ ਕੀਤੀਆਂ ਸੀ। ਹੁਣ ਹਰਮਨ ਨੂੰ ਆਪਣੀ ਮਾਂ ਤੇ ਭੈਣਾਂ ਦੀਆਂ ਗੱਲਾਂ ਸੱਚੀਆਂ ਲੱਗਦੀਆਂ ਸੀ, ਪਰ ਜਦੋਂ ਉਹ ਸਿਮਰਨ ਦੀ ਗੱਲ ਸੁਣਦਾ ਤਾਂ ਉਸਨੂੰ ਉਹ ਚੰਗੀ ਤੇ ਸਹੀ ਲੱਗਦੀ। ਜਦੋਂ ਮਾਂ ਦੀ ਸੁਣਦਾ ਤਾਂ ਉਹ ਸਹੀ ਲੱਗਦੀ। ਇਹਨਾਂ ਵਿੱਚ ਉਹ ਫਸ ਗਿਆ ਸੀ। ਸਿਮਰਨ ਨੇ ਆਪਣੇ ਹੱਕ ਵਿੱਚ ਸਫਾਈ ਦੇਣ ਦੀ ਥਾਂ ਇਹ ਗੱਲ 'ਤੇ ਜ਼ੋਰ ਦਿੱਤਾ ਕਿ ਹਰਮਨ ਉਸਦੇ ਹੱਕ ਵਿੱਚ, ਭਾਵ ਕਿ ਉਸਦੇ ਹੱਥਾਂ ਵਿੱਚ ਰਹੇ। ਪਰ ਹਰਮਨ ਦੀ ਮਾਨਸਿਕ ਤੇ ਦਿਮਾਗੀ ਹਾਲਤ ਦਾ ਕਿਸੇ ਨੂੰ ਵੀ ਕੋਈ ਖਿਆਲ ਨਹੀਂ ਸੀ। ਟੀਵੀ 'ਤੇ ਆਉਣ ਵਾਲੀਆਂ ਖਬਰਾਂ, ਮਾਂ ਦੇ ਬੋਲ, ਸਿਮਰਨ ਲਈ ਪਿਆਰ, ਸਿਮਰਨ ਤੇ ਭੈਣਾਂ ਦੇ ਮਾਂ ਦੇ ਖਿਲਾਫ ਬੋਲ, ਭੈਣਾਂ ਦੇ ਬੋਲ,
ਹਰਮਨ ਨੂੰ ਲੱਗ ਰਿਹਾ ਸੀ ਸਿਮਰਨ ਨੂੰ ਪਿਆਰ ਉਸਨੇ ਇੰਨਾ ਕਰ ਲਿਆ ਕਿ ਮਾਂ ਤੇ ਭੈਣਾਂ ਵਿਸਾਰ ਦਿੱਤੀਆਂ, ਉਸਨੂੰ ਜ਼ਿਆਦਾ ਮਹੱਤਵ ਦਿੱਤਾ। ਸਿਮਰਨ ਨੇ ਉਸਨੂੰ ਪੂਰੀ ਤਰ੍ਹਾਂ ਆਪਣੇ ਹੱਕ ਵਿੱਚ ਕਰਨ ਲਈ ਉਸਦੇ ਦਿਮਾਗ ਵਿੱਚ ਜ਼ਹਿਰ ਘੋਲਣਾ ਸ਼ੁਰੂ ਕਰ ਦਿੱਤਾ ਤੇ ਉਸਨੇ ਉਸਦੀ ਕਹੀ ਹਰ ਗੱਲ ਤੇ ਯਕੀਨ ਕੀਤਾ। ਮਾਂ ਦੀ ਕੋਈ ਗੱਲ ਨਹੀਂ ਸੁਣੀ। ਅੱਜ ਉਸਨੂੰ ਆਪਣੇ ਕੀਤੇ ਤੇ ਪਛਤਾਵਾ ਹੈ। ਉਹ ਕਿਵੇਂ ਆਪਣੀ ਭੁੱਲ ਨੂੰ ਸੁਧਾਰੇ। ਉਸਨੇ ਆਪਣੀ ਮਾਂ ਦਾ ਦਿਲ ਦੁਖਾਇਆ, ਭੈਣਾਂ ਦਾ ਦੁਖਾਇਆ। ਜਿਸ ਸਿਮਰਨ ਦਾ ਦਿਲੋਂ ਕੀਤਾ ਉਹ ਬਦਲ ਗਈ। ਹੁਣ ਉਸ ਕੋਲ ਸਾਰੇ ਮਸਲਿਆਂ ਦਾ ਇੱਕ ਹੀ ਹੱਲ ਹੈ। ਅਗਲੇ ਦਿਨ ਸੰਦੀਪ ਕੌਰ ਚਾਹ ਲੈ ਕੇ ਹਰਮਨ ਦੇ ਕਮਰੇ ਵਿੱਚ ਜਾਂਦੀ ਹੈ। ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ। 2 ਵਾਰ ਆਵਾਜ਼ ਦੇਣ 'ਤੇ ਵੀ ਹਰਮਨ ਦਰਵਾਜ਼ਾ ਨਹੀਂ ਖੋਲ੍ਹਦਾ ਹੈ ਤੇ ਉਹ ਵਾਪਸ ਚਲੀ ਜਾਂਦੀ ਹੈ। ਦੁਪਹਿਰ ਹੋ ਜਾਂਦੀ ਹੈ ਪਰ ਹਰਮਨ ਥੱਲੇ ਨਹੀਂ ਆਉਂਦਾ। ਫਿਕਰ ਵਿੱਚ ਉਸਨੇ ਆਪਣੇ ਭਤੀਜੇ ਨੂੰ ਕਾਲ ਕਰੀ ਤਾਂ ਉਸਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਹਰਮਨ ਬੈੱਡ ਉੱਤੇ ਪਿਆ ਸੀ ਤੇ ਉਸਦੇ ਹੱਥ ਵਿੱਚ ਇੱਕ ਕਾਗਜ਼ ਸੀ। ਜਲਦੀ ਨਾਲ ਸੰਦੀਪ ਦੇ ਭਤੀਜੇ ਨੇ ਉਸਦੇ ਸਾਹ ਚੈੱਕ ਕੀਤੇ। ਸਾਹ ਤੇ ਚੱਲ ਰਹੇ ਸੀ ਪਰ ਉਹ ਹੋਸ਼ ਵਿੱਚ ਨਹੀਂ ਸੀ। ਉਸਨੂੰ ਜਲਦੀ ਨਾਲ ਹਸਪੀਟਲ ਲਿਜਾਇਆ ਗਿਆ। ਉੱਥੇ ਡਾਕਟਰ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਹ ਤਾਂ ਮਰ ਚੁੱਕਿਆ ਹੈ। ਇਹ ਕਿਵੇਂ ਹੋ ਗਿਆ? ਘਰੋਂ ਤਾਂ ਸਾਹ ਚੱਲਦੇ ਲੈ ਕੇ ਆਏ ਹਾਂ, ਸੋਨੀਆ ਨੇ ਕਿਹਾ। ਡਾਕਟਰ ਨੇ ਦੱਸਿਆ ਕਿ ਇਸਨੇ ਰਾਤ ਸਮੇਂ ਨੀਂਦ ਦੀਆਂ ਗੋਲੀਆਂ ਬਹੁਤ ਜ਼ਿਆਦਾ ਖਾ ਲਈਆਂ ਸੀ, ਜਿਸ ਕਰਕੇ ਇਸ ਨੂੰ ਨੀਂਦ ਤਾਂ ਆ ਗਈ ਪਰ ਗੋਲੀਆਂ ਦਾ ਨਸ਼ਾ ਬਹੁਤ ਵੱਧ ਗਿਆ ਸੀ, ਜਿਸ ਕਰਕੇ ਰਸਤੇ ਵਿੱਚ ਆਉਂਦੇ ਸਮੇਂ ਉਹਨੂੰ ਹਾਰਟ ਅਟੈਕ ਆ ਗਿਆ। ਇਹਨਾਂ ਦੀ ਹਾਲਤ ਦੇਖ ਕੇ ਲੱਗ ਰਿਹਾ ਹੈ ਕਿ ਇਹ ਕਾਫੀ ਸਮੇਂ ਤੋਂ ਨੀਂਦ ਦੀਆਂ ਗੋਲੀਆਂ ਦੀ ਵਰਤੋਂ ਕਰ ਰਹੇ ਸੀ। ਹੁਣ ਤਾਂ ਕੁਝ ਬਾਕੀ ਰਿਹਾ ਹੀ ਨਹੀਂ ਸੀ। ਮਾਂ ਤਾਂ ਸੁਣ ਕੇ ਬੇਹੋਸ਼ ਹੋ ਗਈ। ਸੰਦੀਪ ਦਾ ਭਤੀਜਾ ਕਾਗਜ਼ ਖੋਲ੍ਹ ਕੇ ਦੇਖਦਾ ਅਤੇ ਪੜ੍ਹਦਾ ਹੈ ਤਾਂ ਉਸ 'ਤੇ ਲਿਖਿਆ ਹੁੰਦਾ ਹੈ ਕਿ ਮਾਂ ਮੈਨੂੰ ਮਾਫ਼ ਕਰੀ। ਮੈਨੂੰ ਸਮਝ ਹੋਣੀ ਚਾਹੀਦੀ ਸੀ ਕਿ ਰਿਸ਼ਤਿਆਂ ਵਿੱਚ ਅਨੁਕੂਲਤਾ ਕਿਸ ਤਰ੍ਹਾਂ ਬਣਾ ਕੇ ਰੱਖਣੀ ਚਾਹੀਦੀ ਹੈ। ਮੈਂ ਤੇਰੀ ਕਦਰ ਘਟਾ ਦਿੱਤੀ ਸੀ, ਰੱਬ ਨੇ ਮੇਰੀ ਘਟਾ ਦਿੱਤੀ। ਸ਼ਾਇਦ ਜਦੋਂ ਇਹ ਚਿੱਠੀ ਤੁਹਾਨੂੰ ਮਿਲੇ ਉਸ ਸਮੇਂ ਤੱਕ ਮੈਂ ਇਸ ਦੁਨੀਆ ਵਿੱਚ ਨਾ ਹੋਵਾਂ। ਮੇਰੇ ਅਲਮਾਰੀ ਦੇ ਵਿੱਚ ਕੁਝ ਕਾਗਜ਼ ਪਏ ਨੇ ਜੋ ਤਲਾਕ ਦੇ ਨੇ। ਮੈਂ ਸਿਮਰਨ ਨੂੰ ਤਲਾਕ ਦੇ ਦਿੱਤਾ ਸੀ। ਮੈਂ ਸਾਈਨ ਕਰ ਦਿੱਤੇ ਨੇ ਆਪਣੇ ਵੱਲੋਂ। ਤੇਰੀ ਨੂੰ ਵਿਧਵਾ ਨਹੀਂ ਹੋਣੀ ਜਦੋਂ ਮੈਂ ਮਰਨਾ। ਸਾਰੇ ਇਹ ਖਤ ਪੜ੍ਹ ਕੇ ਰੋ ਪੈਂਦੇ ਨੇ। ਸਿਮਰਨ ਨੂੰ ਜਦੋਂ ਪਤਾ ਲੱਗਦਾ ਤਾਂ ਉਸਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਆ। ਉਸਦਾ ਤਾਂ ਸਾਰਾ ਸੰਸਾਰ ਹੀ ਖਤਮ ਹੋ ਗਿਆ ਸੀ। ਸ਼ਾਇਦ ਹੁਣ ਉਸਨੂੰ ਸਮਝ ਆ ਜਾਵੇਗੀ ਕਿ ਆਪਣੇ ਸੁੱਖ ਲਈ ਆਪਣਿਆਂ ਦੇ ਪੈਰਾਂ ਵਿੱਚ ਹੀ ਕੰਡੇ ਨਹੀਂ ਬੀਜੀਦੇ, ਜਿਸ ਕਰਕੇ ਉਸਨੇ ਇੰਨੀ ਦੂਰ ਤੱਕ ਉਡਾਰੀਆਂ ਮਾਰੀਆਂ ਸੀ। ਅੱਜ ਉਸ ਇਨਸਾਨ ਦੀ ਰੂਹ ਹਮੇਸ਼ਾ ਲਈ ਇਸ ਦੁਨੀਆ ਤੋਂ ਹੀ ਉਡਾਰੀਆਂ ਮਾਰ ਗਈ। ਧੰਨਵਾਦ ਜੀ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ ਜੀ।